ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਦਾਸ ਅਜੀਤਪਾਲ ਸਿੰਘ ਸਿੰਘੂ ਬਾਰਡਰ ਦਿੱਲੀ ਤੋਂ ਕਿਸਾਨ ਮੋਰਚਾ ਤੁਸੀਂ ਜਾਣਦੇ ਹੋ ਸਾਰੇ। ਅੱਜ ਸਾਡੇ ਵਿਚਕਾਰ ਜੋ ਸ਼ਖਸੀਅਤ ਹੈ ਉਹ ਕਿਸੇ ਤਰ੍ਹਾਂ ਦੀ ਪਹਿਚਾਣ ਦੇ ਮੁਹਤਾਜ ਨਹੀਂ ਗਏ। ਆਪਾਂ ਸਾਰਿਆਂ ਨੇ ਇੱਕ ਗੱਲ ਬਹੁਤ ਸੁਣੀ ਸੀ, ਬੜੀ ਵਾਇਰਲ ਹੋਈ ਸੀ ਜਦੋਂ ਇਹ ਮੋਰਚਾ ਚੱਲਿਆ ਸੀਗਾ ਕਿ ਖਬਰ ਜਿੱਦਾਂ ਦੀ ਮਰਜ਼ੀ ਲਾ ਦਿਓ, ਪਹਿਲਾਂ ਪ੍ਰਸ਼ਾਦਾ ਛਕੋ ਯਾਰ। ਸਰਦਾਰ ਅਮਰਜੀਤ ਸਿੰਘ ਜੀ ਇਹ ਸਾਡੇ ਬਹੁਤ ਹੀ ਪਿਆਰੇ, ਇਹਨਾਂ ਦੇ ਲਈ ਤਾਂ ਕੋਈ ਵੀ ਅਲਫਾਜ਼ ਨਹੀਂ ਹੈ ਜਿਹੜਾ ਇਹਨਾਂ ਦੀ ਪਰਸਨੈਲਿਟੀ ਨੂੰ ਬਿਆਨ ਕਰ ਸਕੇ। ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ। ਸਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਆ ਅਜੀਤਪਾਲ ਵੀਰ ਦਾ, ਜਿਹੜੇ ਸਾਡੇ ਨਾਲ ਪਹਿਲੇ ਦਿਨ ਤੋਂ ਸਿੰਘੂ ਮੋਰਚੇ ਤੇ ਜੁੜੇ ਹੋਏ ਆ। ਉਸ ਦਿਨ ਤੋਂ ਵੀ ਆਪਾਂ ਨੂੰ ਪਤਾ ਇਹਨਾਂ ਦੀ ਜਦੋਂ ਜੀਪ ਪਿੱਛੇ ਖੜੀ ਹੁੰਦੀ ਸੀ, ਨਾਲ ਹੀ ਸਾਡੀ ਟਰਾਲੀ ਹੁੰਦੀ ਸੀ। ਤੇ ਸ਼ਾਮ ਦੀ ਰਾਤ ਵੀ ਜਦੋਂ ਸਿਆਲਾਂ ਦੇ ਦਿਨ ਸੀ, ਇਹਨਾਂ ਨੇ ਸ਼ੁਰੂ ਤੋਂ ਜੁੱਤੇ ਸਾਫ਼ ਕਰਨ ਦੀ ਸੇਵਾ ਜਿਹੜੀ ਨਿਭਾਈ ਸੀ। ਤੇ ਹੌਲੀ ਹੌਲੀ ਆ ਸਾਰਾ ਮਤਲਬ ਦਾਨੋਮਦਾਰ ਬਣ ਗਿਆ ਇੱਥੇ ਸਿੰਘੂ ਮੋਰਚੇ ਦੇ ਉੱਤੇ ਹੀ। ਆਪਣੇ ਹੁਣ ਸ਼ੈਲਟਰ ਬਣ ਗਏ, ਪਹਿਲਾਂ ਗੱਡੀਆਂ ਦੇ ਵਿੱਚ ਹੀ, ਟਰਾਲੀਆਂ ਦੇ ਵਿੱਚ ਹੀ ਰਹਿਣ ਬਸੇਰੇ ਬਣਾਏ ਹੋਏ ਸੀਗੇ। ਸੋ ਸੇਵਾ ਦਾ ਫਲ, ਸੇਵਾ ਨੂੰ ਮੇਵਾ। ਔਰ ਸਾਰਿਆਂ ਨੇ ਵੀਰ ਨੂੰ ਦੇਖਿਆ ਹੋਣਾ, ਜੁੱਤੀਆਂ ਸਾਫ਼ ਕਰਨ ਤੋਂ ਬਾਅਦ ਮਾਲਿਸ਼ ਦੀ ਸੇਵਾ, ਖਿਚੜੀ ਦਾ ਵੀ ਲੰਗਰ ਲਾਇਆ ਹੋਇਆ ਆ, ਦੁੱਧ ਚਾਹ ਦਾ ਲੰਗਰ ਵੀ ਚੱਲਦਾ ਆ। ਔਰ ਦੂਸਰੇ ਪਾਸੇ ਜਿਹੜਾ ਦਰਦਾਂ ਦਾ ਹਸਪਤਾਲ ਬਣਾਇਆ ਆ ਉਹ ਵੀ ਬੜਾ ਵਧੀਆ ਚੱਲ ਰਿਹਾ। ਔਰ ਬੜੀ ਇਹਨਾਂ ਦੀ ਸੇਵਾ ਆ। ਔਰ ਇਹਨਾਂ ਦੀ ਸੇਵਾ ਨੂੰ ਪਰਮਾਤਮਾ ਚਾਰ ਚੰਦ ਲਾਵੇ, ਦਿਨ ਦੁੱਗਣੀ ਰਾਤ ਚੌਗਣੀ। ਇਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਤਰੱਕੀਆਂ ਬਖਸ਼ੇ। ਸੋ ਗੱਲ ਚੱਲਦੀ ਸੀ ਬਈ ਮੋਰਚਾ ਤਕਰੀਬਨ 11 ਮਹੀਨੇ ਹੋ ਗਿਆ, ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਆ, ਧੁੱਪ ਛਾਂ ਆਉਂਦੀ ਰਹਿੰਦੀ ਆ। ਕਈ ਵਾਰੀ ਮੋਰਚੇ 'ਚ ਆਉਣ ਨੂੰ ਦਿਲ ਕਰਦਾ, ਪਰ ਮੋਰਚੇ 'ਤੇ ਆਉਣਾ ਹੀ ਆਉਣਾ। ਸਟਾਰਟਿੰਗ ਦੇ ਵਿੱਚ ਚਲੋ ਠੀਕ ਆ, ਕੋਈ ਜੇਬ ਅਲਾਓ ਕਰਦੀ ਹੁੰਦੀ, ਕਈ ਵਾਰੀ ਗੱਡੀ ਲੈ ਕੇ ਵੀ ਆ ਜੀਦਾ। ਸੋ ਹੁਣ ਕਈ ਵਾਰੀ ਜੇਬ ਨਹੀਂ ਅਲਾਓ ਕਰਦੀ, ਘਰਾਂ ਦੇ ਕੰਮ ਕਾਰ ਕਰਨੇ, ਆਉਣਾ ਜਾਣਾ ਪੈਂਦਾ। ਸੋ ਕਈ ਵਾਰੀ ਤਾਂ ਜੇਬ ਦੇ ਵਿੱਚ ਥੋੜ੍ਹੇ ਜਿਹੇ ਪੈਸੇ ਹੁੰਦੇ, 500 ਰੁਪਈਆ, ਅਤੇ ਤਾਂ ਵੀ ਕਿ ਮੋਰਚੇ 'ਤੇ ਚੱਲੀਏ। ਕਿਉਂਕਿ ਟ੍ਰੇਨਾਂ ਚੱਲਦੀਆਂ ਸਾਡੇ ਜਲੰਧਰ ਤੋਂ, ਟ੍ਰੇਨ ਦੇ ਵਿੱਚ ਬੈਠੋ, 1 ਰੁਪਏ ਦਾ ਵੀ ਖਰਚਾ ਨਹੀਂ। ਇੱਥੇ ਆ ਕੇ ਸੋਨੀਪਤ ਉਤਰੋ, ਉੱਥੋਂ 30 ਜਾਂ 40 ਰੁਪਈਏ ਟ੍ਰੇਨ ਨੇ ਟੈਂਪੂ ਨੇ ਲੈਣੇ, ਔਰ ਆਪਾਂ ਮੋਰਚੇ ਦੇ ਵਿੱਚ ਪਹੁੰਚ ਜਾਂਦੇ। ਸੋ ਮੈਂ ਇਹ ਵੀ ਦੱਸਣਾ ਚਾਹੁੰਦਾ ਵੀ ਜੇ ਨਾ ਮੇਰੇ ਵੀਰਾਂ ਨੂੰ ਥੋੜ੍ਹੀ ਦਿੱਕਤ ਆ, ਕਹਿ ਲਈਏ ਵੀ ਜੇਬ ਨਹੀਂ ਅਲਾਓ ਕਰਦੀ, ਸੋ ਤੁਸੀਂ ਟ੍ਰੇਨ ਦੇ ਵਿੱਚ ਆ ਜਾ ਸਕਦੇ ਆ। ਆਪਣੇ ਕੋਲ ਝੰਡਾ ਰੱਖੋ, ਬੈਚ ਲੱਗਿਆ ਹੋਇਆ ਬੈਕ ਕੋਲ ਆ, ਤੁਸੀਂ ਟ੍ਰੇਨ ਦੇ ਵਿੱਚ ਆਓ। ਸੋ ਲੰਬਾ ਮੋਰਚਾ ਹੋਣ ਕਰਕੇ ਖਰਚੇ ਵਰਚੇ ਸਾਰਿਆਂ ਦੇ ਵੱਧ ਗਏ। ਸੋ ਜਿਸ ਤਰ੍ਹਾਂ ਪਹਿਲਾਂ ਗੱਲ ਚੱਲਦੀ, ਧੁੱਪ ਛਾਂ ਆਉਂਦੀ ਰਹਿੰਦੀ ਹੈ, ਕੋਈ ਗੱਲ ਨਹੀਂ। ਹੁਣ ਝੋਨੇ ਦਾ ਸੀਜ਼ਨ ਚੱਲ ਪਿਆ, ਫਿਰ ਪਰਮਾਤਮਾ ਨੇ ਪੈਸੇ ਚਾਰ ਦੇ ਦੇਣੇ ਆ। ਫਿਰ ਜੇ ਗੱਡੀ 'ਚ ਆਉਣਾ, ਗੱਡੀ 'ਚ ਆ ਜਾਓ। ਸੋ ਬੇਨਤੀ ਇਹੀ ਹੈ ਵੀ ਖਰਚੇ ਘਟਾਈਏ, ਆਪਣੇ ਖਰਚੇ ਘਟਾਈਏ, ਔਰ ਮੋਰਚੇ ਦੇ ਵਿੱਚ ਆਪਣੀ ਸ਼ਮੂਲੀਅਤ ਕਰੀਏ। ਮੋਰਚੇ ਦੇ ਵਿੱਚ ਵੱਧ ਤੋਂ ਵੱਧ ਆਪਣੀ ਹਾਜ਼ਰੀ ਲਵਾਈਏ, ਤਾਂ ਕਿ ਇਹ ਜਿਹੜੀ ਕੇਂਦਰ ਸਰਕਾਰ ਆ, ਸੈਂਟਰ ਦੀ ਸਰਕਾਰ ਆ, ਜਿਨ੍ਹਾਂ ਨੇ ਕਾਲੇ ਕਾਨੂੰਨ ਬਣਾਏ ਹੋਏ ਆ, ਔਰ ਕਾਲੇ ਕਾਨੂੰਨ ਵਾਪਸ ਕਰਾ ਕੇ, ਔਰ ਆਪਣੇ MSP ਜਿਹੜਾ ਰੇਟ ਆ ਉਹ ਲੈ ਕੇ, ਆਪਣੀਆਂ ਫਸਲਾਂ ਦੇ ਰੇਟ ਲੈ ਕੇ, ਅਤੇ ਅਸੀਂ ਘਰਾਂ ਨੂੰ ਜਾਈਏ। ਲੇਕਿਨ ਖਲਾਰਾ ਤਾਂ ਬਹੁਤ ਜ਼ਿਆਦਾ ਪੈ ਚੁੱਕਿਆ। ਤੁਸੀਂ ਦੇਖਦੇ ਆ, ਹਰ ਰੋਜ਼ ਖਬਰਾਂ ਸੁਣਦੇ ਆ, 50 ਕਿਲੋਮੀਟਰ ਤੱਕ BSF ਨੂੰ ਏਰੀਆ ਦੇ ਦਿੱਤਾ ਗਿਆ ਪੰਜਾਬ ਦੇ ਵਿੱਚ। ਸੋ ਇਹ ਵੀ ਬਹੁਤ ਵੱਡੀ ਘਿਨਾਉਣੀ ਹਰਕਤ ਇਹ ਕੇਂਦਰ ਸਰਕਾਰ ਦੀ ਹੈ, ਸੈਂਟਰ ਸਰਕਾਰ ਦੀ ਹੈ। ਪੰਜਾਬ ਨੂੰ ਥੱਲੇ ਲਾਉਣਾ, ਪੰਜਾਬ ਨੂੰ ਦਬਾਉਣਾ, ਉਹ ਇਹਨਾਂ ਦਾ ਕੰਮ ਚੱਲ ਰਿਹਾ। ਸੋ ਇਹ ਜਦੋਂ 50 ਕਿਲੋਮੀਟਰ ਤੱਕ, ਤਕਰੀਬਨ ਬਿਆਸ ਦਰਿਆ ਤੱਕ 50 ਕਿਲੋਮੀਟਰ ਸਿੱਧੇ, ਜਿਸ ਸਟੇਟ ਚੱਲਣਾ ਹੋਵੇ ਸਿੱਧੇ 50 ਕਿਲੋਮੀਟਰ ਹੋ ਜਾਂਦੇ ਬਿਆਸ ਦਰਿਆ ਤੱਕ। ਸੋ ਇਹ ਬਹੁਤ ਘਿਨਾਉਣੀ ਹਰਕਤ ਆ, ਔਰ ਪੰਜਾਬ ਨੂੰ ਦਬਾਉਣ ਵਾਸਤੇ। ਕਿਉਂਕਿ ਇਹ BSF ਕਦੋਂ ਵੀ ਤੁਹਾਡੇ ਘਰ ਦੇ ਵਿੱਚ ਛਾਪਾ ਮਾਰ ਸਕਦੀ ਆ। ਸਾਡੇ ਘਰਾਂ ਦੇ ਵਿੱਚ ਧੀਆਂ ਭੈਣਾਂ ਮਾਵਾਂ ਸੁੱਤੀਆਂ ਆ, ਰਜਾਈਆਂ ਚੱਕ ਕੇ ਦੇਖਿਆ ਕਰਨਗੇ ਉਹ ਵੀ ਇਸ ਬੜਾ ਗਲਤ ਹੋਇਆ ਜੀ। ਇਸ ਘਰ ਦੇ ਵਿੱਚ ਕੌਣ ਆ। ਔਰ ਜੇ ਖੁਦਾ ਨਾ ਖਾਸਤਾ ਤੁਹਾਡੇ 'ਤੇ ਕੋਈ ਕੇਸ ਪਾ ਦਿੰਦੇ ਆ, ਅਤੇ ਤੁਸੀਂ ਸਿੱਧੇ ਦਿੱਲੀ ਤਿਹਾੜ ਜੇਲ੍ਹ ਦੇ ਵਿੱਚ ਆਓਗੇ। ਉਹਦੇ ਬਾਅਦ ਘਰ ਦਾ ਕੋਈ ਵੀ ਮੈਂਬਰ ਜੇ ਤੁਹਾਡੀ ਤਰੀਕ 'ਤੇ ਆਉਂਦਾ, 1 ਵਾਰੀ ਜਾਂ 2 ਵਾਰੀ ਜਾਂ 4 ਵਾਰੀ ਆਊਗਾ, ਫਿਰ ਮੁੜ ਕੇ ਕਿਸੇ ਨੇ ਤਰੀਕ 'ਤੇ ਵੀ ਨਹੀਂ ਆਉਣਾ। ਕਿਉਂਕਿ ਦਿੱਲੀ ਦੇ ਖਰਚੇ ਬਹੁਤ ਆ। ਤਿਹਾੜ ਦੇ ਵਿੱਚ, ਜੇਲ੍ਹ ਦੇ ਵਿੱਚ ਪਤਾ ਨਹੀਂ ਲੱਗਦਾ ਕਿੰਨੀਆਂ ਕੋਠੜੀਆਂ ਤਾਂ ਕੀ ਹਿਸਾਬ ਕਿਤਾਬ ਆ। ਸੋ ਇਹਦਾ ਵੀ ਅਸੀਂ ਪੋਲੀਟੀਕਲ ਪਾਰਟੀਆਂ ਨੂੰ ਵੀ, ਜਿੰਨੀਆਂ ਵੀ ਸਾਡੀਆਂ ਰਾਜਨੀਤਿਕ ਪਾਰਟੀਆਂ, ਉਹਨਾਂ ਨੂੰ ਵੀ ਅਪੀਲ ਕੀਤੀ ਹੈ, ਕਰਦੇ ਵੀ ਹਾਂ ਕਿ ਇਸ ਜਿਹੜਾ ਇਹ
50 ਕਿਲੋਮੀਟਰ ਦਾ ਏਰੀਆ ਆ ਉਹ ਨਾ ਦਿੱਤਾ ਜਾਵੇ BSF ਨੂੰ। ਸੋ ਬਹੁਤ ਜਿਹੜੇ ਸੈਂਟਰ ਸਰਕਾਰ ਆ ਪੰਜਾਬ ਦੇ ਉੱਤੇ ਸ਼ਿਕੰਜੇ ਕੱਸ ਰਹੀ ਆ, ਪੰਜਾਬ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੇ ਆ। ਸੋ ਗੱਲਾਂ ਤਾਂ ਬਹੁਤ ਆ ਕਰਨ ਵਾਲੀਆਂ। ਸੋ ਮੈਂ ਜੀਤਵੀਰ ਕੋਲੋਂ ਇਜਾਜ਼ਤ ਲਊਂਗਾ। ਨਹੀਂ, ਇਜਾਜ਼ਤ ਨਹੀਂ ਜੀ। ਅੱਛਾ, ਮੈਂ ਗੱਲ ਵਿੱਚ ਬਿਆਨ ਕਰਨੀ ਚਾਹੂੰਗਾ ਕਿ ਅਸੀਂ ਬਾਹਰ ਖੜੇ ਸੀਗੇ ਕਿਉਂਕਿ ਦਿਲ ਦੀਆਂ ਗੱਲਾਂ ਹੈ, ਕੋਈ ਫਾਰਮੈਲਿਟੀ ਨਹੀਂ, ਡਾਇਰੈਕਟ ਦਿਲ ਤੱਕ ਗੱਲਾਂ। ਅਸੀਂ ਬਾਹਰ ਗੱਲਾਂ ਕਰਨ ਲੱਗੇ, ਵੈਸੇ ਗੱਲ ਚੱਲ ਪਈ ਕਿ ਸਾਨੂੰ 11 ਮਹੀਨੇ ਹੋ ਗਏ ਇੱਥੇ ਬੈਠਿਆਂ ਨੂੰ। 11 ਮਹੀਨਿਆਂ ਦੇ ਵਿੱਚ ਦੇਖੋ ਜੋ ਕਿਸੇ ਦੀ ਪਾਕਟ ਅਲਾਊ ਕਰਦੀ ਸੀ ਤਕਰੀਬਨ ਸਾਰੇ ਲਾ ਚੁੱਕੇ ਹੈ, ਪਾਕਟ ਤੋਂ ਵੀ ਵੱਧ ਕੇ ਲਾ ਚੁੱਕੇ ਹੈ। ਮੈਂ ਇਹਨਾਂ ਨੂੰ ਵੈਸੇ ਗੱਲ ਕਰੀ ਕਿ ਕਿਵੇਂ ਚੱਲ ਰਿਹਾ ਜੀ, ਇਹ ਮੈਨੂੰ ਕਹਿੰਦੇ ਯਾਰ ਆ ਦੇਖ 500 ਰੁਪਈਆ ਜੇਬ ਦੇ ਵਿੱਚ ਹੈ, ਘਰੋਂ ਆਏ ਆ, ਟ੍ਰੇਨ ਦੇ ਵਿੱਚ ਆ ਗਏ, ਫਿਰ ਕੀ ਹੋ ਗਿਆ, ਕਦੀ ਗੱਡੀਆਂ 'ਚ ਵੀ ਆਉਂਦੇ ਆ, ਕਦੀ ਐਵੇਂ ਵੀ ਆਉਂਦੇ ਆ। ਅੱਗੇ ਹੁਣ ਝੋਨੇ ਵਾਲੀਆਂ ਫਸਲਾਂ ਵਿਕ ਜਾਣੀਆਂ ਸੀ, ਫਿਰ ਮਾਲੋ ਮਾਲ ਹੈ। ਅੱਛਾ, 11 ਮਹੀਨੇ ਇੱਥੇ ਬੈਠਿਆਂ ਨੂੰ ਹੋ ਗਏ ਜੀ। ਜੀ ਜੀ, ਕੋਈ ਸ਼ੱਕ ਨਹੀਂ ਹੈ ਕਿ 11 ਮਹੀਨੇ ਤਾਂ ਅਗਰ ਆਪਣਾ ਵੀ ਖਰਚਾ ਕਰਨਾ ਹੋਵੇ ਤਾਂ ਵੀ ਅੱਛੇ ਖਾਸੇ ਲੋਕਾਂ ਦਾ ਦੇ ਲਈ ਬੜਾ ਔਖਾ ਹੋ ਜਾਊਗਾ। ਜੀ ਜੀ। ਇਹ 11 ਮਹੀਨਿਆਂ ਦਾ ਸਫ਼ਰ ਰਿਹਾ ਕਿਵੇਂ ਦਾ ਤੁਹਾਡਾ? ਕਿਉਂਕਿ ਘਰਾਂ 'ਚ ਹਰ ਬੰਦਾ ਦੇਖੋ AC 'ਚ ਰਹਿੰਦਾ ਹੈ, ਹੀਟਰਾਂ 'ਚ ਨਹਾਉਂਦਾ ਹੈ, ਸਾਰਿਆਂ ਦੇ ਗੀਜ਼ਰ ਲੱਗੇ ਨੇ। ਇੱਥੇ ਗਰਮੀਆਂ ਝੱਲੀਆਂ, ਸਰਦੀਆਂ ਝੱਲੀਆਂ, ਬਰਸਾਤਾਂ ਝੱਲੀਆਂ, ਕਿਵੇਂ ਦਾ ਰਿਹਾ ਜੀ 11 ਮਹੀਨੇ ਦਾ ਤਜਰਬਾ ਤੁਹਾਡਾ? ਇਹ ਸੰਗਤ ਦੇ ਵਿੱਚ ਆ ਕੇ ਇੱਥੇ ਤਾਂ ਪਤਾ ਹੀ ਨਹੀਂ ਲੱਗਦਾ ਟਾਈਮ ਕਦੋਂ ਪਾਸ ਹੋ ਜਾਂਦਾ। ਹੁਣ ਜੇ ਤਕਰੀਬਨ ਮੇਰਾ ਖਿਆਲ ਵੀ ਰਾਤ ਨੂੰ 11-12 ਵੱਜ ਜਾਂਦੇ। ਹਸਪੀਟਲ ਪਤਾ ਹੀ ਹੈ ਤੁਹਾਨੂੰ, ਕਿਸਾਨ ਮਜ਼ਦੂਰ ਏਕਤਾ ਹਸਪੀਟਲ ਚੱਲਦਾ, ਉੱਥੇ ਸੇਵਾ ਲੱਗੀ ਹੋਈ ਆ। ਹੁਣ ਡਾਕਟਰਾਂ ਦੇ ਨਾਲ ਬੈਠ ਕੇ ਕੋਈ ਗੱਪਸ਼ਪ ਮਾਰਦੇ ਆ, ਇੱਧਰ ਉੱਧਰ ਘੁੰਮਦੇ ਆ। ਹਰੇਕ ਤਕਰੀਬਨ ਸ਼ੈਲਟਰ ਦੇ ਵਿੱਚ ਮਿਲਣਾ 11 ਤਾਂ ਨੋਰਮਲ ਵੱਜ ਜਾਂਦੇ ਆ ਸੌਣ ਨੂੰ। ਔਰ ਸਵੇਰੇ ਫਿਰ ਉੱਠ ਕੇ ਐਂ ਹੁੰਦਾ ਵੀ ਟਰਾਲੀ ਦੀ ਸੇਵਾ ਵੀ ਲਈਏ, ਜਿਹੜੀ ਸੰਗਤ ਪਿੱਛੋਂ ਆਉਂਦੀ ਆ, ਸੰਗਤ ਨੂੰ ਲੈ ਕੇ ਆਈਏ, ਸੰਗਤ ਦੀ ਸੇਵਾ ਵੀ ਲਈਏ। ਮਤਲਬ ਬੜਾ ਮਨ ਖੁਸ਼ ਹੁੰਦਾ ਵੀ ਇਹ ਸੰਗਤ ਦੀ ਸੇਵਾ ਕਰਕੇ ਸੰਗਤ ਕੋਲੋਂ ਪਿਆਰ ਇੰਨਾ ਕੁ ਮਿਲਦਾ ਕਿ ਬਿਆਨ ਨਹੀਂ ਕੀਤਾ ਜਾ ਸਕਦਾ। ਬਾਕੀ ਤੁਸੀਂ ਇਹ ਗੱਲ ਕੀਤੀ ਵੀ ਗੀਜ਼ਰ ਘਰਾਂ 'ਚ ਲੱਗੇ, ਸਾਰਿਆਂ ਦੀ ਫੈਸਿਲਿਟੀ ਆ, ਮਤਲਬ ਤੇ ਉਹੀ ਗੱਲ ਆ ਜਾਂਦੀ ਨਾ, ਜੇ ਕਿਸੇ ਕੋਲ ਜੇ ਕੁਝ ਹੈਗਾ ਵੀ ਆ ਤੇ ਜੇ ਕਿਸੇ ਕੋਲ ਨਹੀਂ ਵੀ ਹੈ ਤਾਂ ਨਾਲ ਦੇ ਬੰਦੇ ਨੂੰ ਇਹਨਾਂ ਅਹਿਸਾਸ ਵੀ ਨਹੀਂ ਹੋਣਾ ਚਾਹੀਦਾ ਵੀ ਮੈਂ ਬੜਾ ਤਕੜਾ ਆ ਜਾਂ ਮੈਂ ਬਹੁਤ ਹੰਡਿਆ ਹੋਇਆ ਆ ਜਾਂ ਮੇਰੇ ਕੋਲ ਬੜੀ ਪ੍ਰੋਪਰਟੀ ਆ। ਇੱਥੇ ਤਕਰੀਬਨ ਇਸ ਤਰ੍ਹਾਂ ਦੇ ਵੀ ਇਸ ਵੀਰ ਦਾ ਵੀ ਬੈਕਗਰਾਊਂਡ ਜੇ ਦੇਖਿਆ ਜਾਵੇ ਤਾਂ ਬਹੁਤ ਤਾਂ ਤੱਕ ਆ। ਸੋ ਐ ਨਹੀਂ ਮਤਲਬ ਇੱਥੇ ਆਈਡੀਆ ਲਾ ਸਕਦੇ ਵੀ ਇਹ ਬੰਦਾ ਕਿਸ ਲੈਵਲ 'ਚ ਆ ਔਰ ਕਿੰਨੀ ਕੁ ਪ੍ਰੋਪਰਟੀ ਦਾ ਮਾਲਕ ਹੈ। ਇੱਥੇ ਸਾਰੇ ਜ਼ੀਰੋ ਲੈਵਲ 'ਤੇ ਆ ਔਰ ਜ਼ੀਰੋ ਲੈਵਲ 'ਤੇ ਰਹਿ ਕੇ ਸੇਵਾ ਕਰ ਰਹੇ। ਜਦੋਂ ਜੁੱਤਿਆਂ ਦੀ ਸੇਵਾ ਕਰਦਾ ਤਾਂ ਦੇਖ ਕੇ ਮਨ ਇੱਦਾਂ ਹੋ ਜਾਂਦਾ ਵੀ ਇਹ ਮਤਲਬ ਕੋਈ ਹੀਰਾ ਹੀ ਆ। ਅੱਛਾ, ਪਰਿਵਾਰ ਵੱਲੋਂ ਕੋਈ ਦਿੱਕਤ ਨਹੀਂ ਆਉਂਦੀ ਕਿ ਉਹ ਕਹਿੰਦੇ ਨੇ ਕਿ ਤੁਸੀਂ 11 ਮਹੀਨੇ ਤੋਂ ਲਗਾਤਾਰ ਤੁਹਾਡਾ ਜਿਹੜਾ ਮੈਕਸਿਮਮ ਟਾਈਮ ਇੱਥੇ ਬੀਤ ਰਿਹਾ, ਪਰਿਵਾਰ ਪੱਖੋਂ ਕਿਵੇਂ ਦਾ ਜਿਹੜਾ ਰੁਝਾਨ ਹੈ ਜੀ? ਪਰਿਵਾਰ ਵੀ ਸਾਥ ਦਿੰਦਾ ਤਾਂ ਹੀ ਕੋਈ ਵੀ ਕੰਮ ਚੱਲਦਾ। ਪਰਿਵਾਰਾਂ ਨੂੰ, ਬੱਚਿਆਂ ਨੂੰ, ਸਾਡੇ ਬੱਚੇ ਪੜ੍ਹੇ ਲਿਖੇ ਆ, ਸਾਰੇ ਜਾਂਦੇ ਤਕਰੀਬਨ ਬੱਚੇ ਪੜ੍ਹੇ ਲਿਖੇ ਆ ਔਰ ਜਿਹੜੇ ਕਾਲੇ ਕਾਨੂੰਨ ਬਣਾਏ ਹੋਏ ਆ, ਸਾਡੇ ਹਰੇਕ ਬੱਚੇ ਨੂੰ ਇਹਦੇ ਬਾਰੇ ਪਤਾ ਇਹਦਾ ਕੀ ਬੈਨੀਫਿਟ ਆ ਕੀ ਨਹੀਂ। ਕਿਉਂਕਿ ਅਸੀਂ ਇੱਕ ਕਿਸਾਨੀ ਤੋਂ ਬਿਲੋਂਗ ਕਰਦੇ ਪਰਿਵਾਰ ਦੇ ਵਿੱਚ ਕਿਸਾਨੀ ਦੀਆਂ ਗੱਲਾਂ ਹੁੰਦੀਆਂ, ਖੇਤਾਂ ਦੇ ਵਿੱਚੋਂ ਆਏ ਆ, ਬੱਚਿਆਂ ਨੂੰ ਵੀ ਦੱਸਦੇ, ਬੱਚੇ ਵੀ ਪੁੱਛਦੇ ਖੇਤ ਦੇ ਵਿੱਚ ਕੀ ਸੀ, ਕੀ ਹੋਇਆ, ਕਿੱਦਾਂ ਹੋਇਆ। ਔਰ ਬੱਚਿਆਂ ਨੂੰ ਵੀ ਪਤਾ ਵੀ ਇਹ ਗੰਨਾ ਲੈ ਕੇ ਮਿੱਲ ਨੂੰ ਪਾਪਾ ਗਏ ਸੀ, ਟਰਾਲੀ ਲੈ ਕੇ ਆ ਗਏ ਆ। ਔਰ ਬੱਚੇ ਹੀ ਤਕਰੀਬਨ ਸਾਡੇ ਘਰਾਂ ਦਾ ਵੀ ਹਿਸਾਬ ਕਿਤਾਬ ਸਾਡੇ ਰੱਖਦੇ ਆ ਵੀ ਆ ਜੇ ਲੇਬਰ ਆਈ ਸੀ ਤਾਂ ਉਹਨੇ ਕਿੰਨੇ ਪੈਸੇ ਲਏ ਸੀ, ਪਿਛਲੇ ਸਾਲ ਇੰਨੇ ਪੈਸੇ ਲਏ ਸੀ, ਹੁਣ ਇੰਨੇ ਪੈਸੇ ਲਏ ਆ, ਲੇਕਿਨ ਸਾਡੀ ਫਸਲ ਦਾ ਰੇਟ ਉੱਥੇ ਹੀ ਆ। ਪਿਛਲੇ ਸਾਲ ਜਿਹੜਾ ਡੀਜ਼ਲ ਪਵਾਇਆ ਸੀਗਾ ਉਹ 60-62 ਰੁਪਏ ਲੀਟਰ ਸੀਗਾ। ਇਸ ਟਾਈਮ ਜਿਹੜਾ ਝੋਨੇ ਦੀ ਲਵਾਈ 'ਤੇ ਡੀਜ਼ਲ ਪਿਆ 97, 98, 99, 100 ਤੱਕ ਪਿਆ। ਉਹ ਬੱਚਿਆਂ ਵੀ ਦੇਖ ਰਹੇ, ਉਹ ਇਹੋ ਜਿਹਾ ਸਿਸਟਮ ਦੇਖ ਕੇ ਉਹ ਕਹਿੰਦੇ ਵੀ ਖੇਤੀ ਦੇ ਵਿੱਚ ਉਹ ਕੀ ਬੱਚਤ ਹੈ, ਕਿ ਖੇਤੀ ਦੇ ਵਿੱਚ ਕੋਈ ਇੰਨਾ ਪ੍ਰੋਫਿਟੇਬਲ ਇਹੋ ਕੋਈ ਧੰਦਾ ਨਹੀਂ ਹੈ ਵੀ ਇਹਦੇ ਤੋਂ ਪਿੱਛੇ ਹਟ ਜਾਣਾ ਚਾਹੀਦਾ। ਸਾਡੇ ਜ਼ਿਆਦਾਤਰ ਬੱਚੇ ਜਿਹੜੇ ਪੜ੍ਹੇ ਲਿਖੇ ਆ ਖੇਤੀ ਦੇ ਵਿੱਚੋਂ ਪਿੱਛੇ ਹਟ ਰਹੇ, ਖੇਤੀ ਨੂੰ ਕੋਈ ਚੰਗਾ ਨਹੀਂ ਸਮਝ ਰਹੇ ਵੀ, ਕਿਉਂਕਿ ਇੰਨਾ ਲਾਹੇਵੰਦ ਸੌਦਾ ਰਹਿਣ ਹੀ ਨਹੀਂ ਦਿੱਤਾ ਇਹਨਾਂ ਸਰਕਾਰਾਂ ਨੇ। ਇਹਨਾਂ ਸਰਕਾਰਾਂ ਨੇ ਇਸ ਖੇਤੀ ਦੇ ਧੰਦੇ ਨੂੰ ਬਹੁਤ ਡਾਊਨ ਕਰ ਦਿੱਤਾ। ਸੋ ਉਹ ਪੂਰਾ ਸਾਡੇ ਨਾਲ ਸਾਥ ਦੇ ਰਹੇ ਵੀ ਜੇ ਸਾਡੀ ਫਸਲ ਦਾ ਸਹੀ ਰੇਟ ਮਿਲੇ, ਸਹੀ ਤਰ੍ਹਾਂ ਸਾਡੀ ਫਸਲ ਮੰਡੀਆਂ ਦੇ ਵਿੱਚ ਵਿਕੇ ਤੇ ਇਹ ਪ੍ਰੋਫਿਟੇਬਲ ਇੱਕ ਧੰਦਾ ਹੋ ਸਕਦਾ। ਅਸੀਂ ਪੜ੍ਹ ਲਿਖ ਕੇ ਵੀ ਖੇਤੀ ਕਰ ਸਕਦੇ ਹਾਂ। ਅਸੀਂ ਨੌਕਰੀਆਂ ਵਗੈਰਾ ਨਾ ਦੌੜ ਕੇ ਇੱਕ ਆਪਣਾ ਖੇਤੀ ਦਾ ਜਿਹੜਾ ਸਾਨੂੰ ਵਿਰਾਸਤ ਮਿਲੀ ਹੋਈ ਹੈ ਖੇਤੀ ਦੀ, ਉਹਦੇ ਵਿੱਚ ਅਸੀਂ ਚਾ ਸਕਦੇ। ਸੋ ਘਰਾਂ ਦੇ ਸਹਿਯੋਗ ਹੀ ਕਰ ਰਹੇ,
ਘਰ ਦੇ ਜਿੰਨੇ ਵੀ ਮੋਸਟਲੀ ਬੱਚੇ ਆ ਸਾਡੇ ਸਹਿਯੋਗ ਕਰਦੇ, ਫੈਮਲੀਆਂ ਜਿੰਨੀਆਂ ਵੀ ਹੈਗੀਆਂ ਸਾਡਾ ਸਹਿਯੋਗ ਕਰਦੀਆਂ ਆ ਵੀ ਹਾਂ ਠੀਕ ਆ, ਜੇ ਉੱਥੇ ਬੈਠੇ ਆ ਤੇ ਅਸੀਂ ਜਿੱਤ ਕੇ ਮੁੜਾਂਗੇ, ਖਾਲੀ ਹੱਥ ਨਹੀਂ ਮੁੜਾਂਗੇ। ਪਿੰਡਾਂ ਦੇ ਵਿੱਚ ਜਿਵੇਂ ਸੱਥਾਂ ਲੱਗਦੀਆਂ ਨੇ ਜੀ, ਲੋਕੀ ਬੂਟੇ ਥੱਲੇ ਬੈਠਦੇ ਆ, ਇੱਕ ਆਮ ਤੌਰ ਤੇ ਬੋਹੜ ਦਾ ਬੂਟਾ ਹੁੰਦਾ ਪਿੰਡ ਦੇ ਵਿੱਚ, ਤੇ ਸਾਰੇ ਇਕੱਠੇ ਬੈਠਦੇ ਆ। ਅੱਜ ਕੱਲ੍ਹ ਤਾਂ ਉਹ ਟ੍ਰੈਂਡ ਰਿਹਾ ਨਹੀਂਗਾ। ਜੀ ਤੁਹਾਨੂੰ ਇੱਥੇ ਆ ਕੇ ਕਿਵੇਂ ਲੱਗਦਾ? ਕਿਉਂਕਿ ਇੱਥੇ ਤਾਂ ਸਾਰਾ ਉਹੀ ਸੱਥਾਂ ਲੱਗਦੀਆਂ, ਉਹੀ ਪੁਰਾਣਾ 100 ਸਾਲ 50 ਸਾਲ ਪੁਰਾਣਾ ਪੰਜਾਬ ਦੇਖਣ ਨੂੰ ਮਿਲਦਾ ਜੀ। ਇੱਥੇ ਜ਼ਿਆਦਾਤਰ ਆਪਾਂ ਕਹਿ ਲਈਏ ਵੀ ਸਾਡੇ 80 ਸਾਲਾਂ ਦੇ 60 ਸਾਲ ਦੇ ਬਜ਼ੁਰਗ ਬੈਠੇ, ਜਿਨ੍ਹਾਂ ਕੋਲ ਆਪਣੀ ਜ਼ਿੰਦਗੀ ਦਾ ਬਹੁਤ ਲੰਬਾ ਤਜਰਬਾ ਹੈ, ਬਹੁਤ ਜ਼ਿਆਦਾ ਉਹਨਾਂ ਕੋਲ ਤਜਰਬਾ ਹੈ, ਐਕਸਪੀਰੀਅੰਸ ਆ ਉਹਨਾਂ ਦਾ। ਉਹ ਇੱਥੇ ਬੈਠ ਕੇ ਸ਼ੇਅਰ ਕਰਦੇ ਆ, ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ। ਜਿਸ ਤਰ੍ਹਾਂ ਬਾਪੂ ਹੁਣੀ ਬੈਠੇ ਆ, ਗਰੇਵਾਲ ਸਾਹਿਬ ਬੈਠੇ ਹੁੰਦੇ ਤੁਹਾਡੇ ਨਾਲ ਬੈਠੇ, ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਕੇ ਬਹੁਤ ਆਪਾਂ ਨੂੰ ਐਕਸਪੀਰੀਅੰਸ ਮਿਲਦਾ, ਉਹਨਾਂ ਦੀ ਜ਼ਿੰਦਗੀ ਦਾ ਤਜਰਬਾ ਮਿਲਦਾ, ਉਹਦੇ ਤੋਂ ਨੌਲੇਜ ਮਿਲਦੀ। ਸੱਥਾਂ ਦਾ ਵੀ ਇਹੀ ਮਤਲਬ ਹੁੰਦਾ ਸੀ। ਸੱਥਾਂ ਦੇ ਵਿੱਚ ਸਾਰਾ ਪਰਿਵਾਰ ਇਕੱਠਾ ਹੋ ਕੇ ਬਹਿ ਕੇ ਤੇ ਮਤਲਬ ਸਾਰੀਆਂ ਗੱਲਾਂ ਬਾਤਾਂ ਕਰਦੇ ਸੀ, ਔਰ ਉਹਦੇ ਨਾਲ ਜਿਹੜੀ ਅਗਲੀ ਆਉਣ ਵਾਲੀ ਜਨਰੇਸ਼ਨ ਆ ਉਹਨੂੰ, ਜਿਹੜੀ ਆਉਣ ਵਾਲੀ ਨਸਲ ਆ ਉਹਨੂੰ ਬਹੁਤ ਤਜਰਬਾ ਮਿਲਦਾ ਸੀ, ਬਹੁਤ ਉਹਨਾਂ ਤੋਂ ਗੱਲਾਂ ਤੋਂ ਪ੍ਰਭਾਵਿਤ ਹੁੰਦੇ ਸੀ, ਉਹਨਾਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਬੜੇ ਵਧੀਆ ਸਟੈਂਡ ਲੈਂਦੇ ਸੀ। ਸੋ ਇਹ ਮਤਲਬ ਇੱਕ ਪੀੜ੍ਹੀ ਦਰ ਪੀੜ੍ਹੀ ਜਿਹੜਾ ਤਜਰਬਾ ਆ ਉਹ ਅੱਗੇ ਸਾਂਝਾ ਕੀਤਾ ਜਾਂਦਾ ਹੈ। ਅੱਜ ਨਾ ਸਾਡੀ ਇੱਥੇ ਬਿਜਲੀ ਦੀ ਤਾਰ ਟੁੱਟ ਗਈ, ਇੱਧਰ ਟਰੱਕ ਜਾ ਰਿਹਾ ਸੀਗਾ ਜੀ, ਇੱਧਰ ਫੈਕਟਰੀਆਂ ਨਾਲ ਨੇ ਜੀ, ਉੱਥੋਂ ਉਹਨਾਂ ਦੀ ਗੱਡੀ ਤਾਰਾਂ ਤੋੜ ਗਈ। ਅਸੀਂ ਤਕਰੀਬਨ 2-2:30 ਵਜੇ ਤੱਕ ਤਾਂ ਬੈਠੇ ਰਹੇ। ਇੱਕ ਬਜ਼ੁਰਗ ਆਏ, ਉਹਨਾਂ ਨੇ ਕਿਹਾ ਕਿ ਬੇਟਾ ਤਾਰਾਂ ਟੁੱਟ ਗਈਆਂ। ਅਸੀਂ ਸੋਚਿਆ ਵੈਸੇ ਰੂਟੀਨ ਦੇ ਵਿੱਚ ਹੀ ਲਾਈਟ ਗਈ ਹੋਈ ਹੈ। ਤੁਸੀਂ ਯਕੀਨ ਜਾਣੋ, ਨਾਲ ਮੋਹਾਲੀ ਵਾਲਾ ਲੰਗਰ ਹੈ, ਉਹ ਸਰਦਾਰ ਜੀ ਨਾਲ ਆ ਗਏ। ਮੈਨੂੰ ਪਤਾ ਹੈ ਜੋ ਤਾਰ ਆਈ ਹੋਈ ਸੀ ਇਹ ਸਿਰਫ ਸਾਡੇ ਨਾਲ ਔਰ ਪਿਛਲੀ ਟਰਾਲੀ ਦੇ ਵਾਸਤੇ ਤਾਰ ਗਈ ਹੋਈ ਹੈ, ਅੱਗੇ ਕਿਤੇ ਨਹੀਂ ਗਈ। ਉਹ ਬੜੇ ਇੰਟਰਸਟ ਦੇ ਨਾਲ ਉਹ ਸਾਡੇ ਨਾਲ ਲਗਾ ਰਹੇ ਨੇ, ਬੇਟਾ ਆਓ ਆਪਾਂ ਤਾਰ ਲਗਾ ਦਈਏ। ਮੈਂ ਦੇਖਦਾ ਰਿਹਾ, ਉਹ ਤੋਂ ਪਹਿਲੇ ਜਿਹੜੀ ਦੂਜੀ ਤਾਰ ਲਗਾ ਕੇ ਗਏ ਆ, ਉਹ ਕਹਿੰਦੇ ਅਸੀਂ ਲਗਾ ਕੇ ਗਏ ਯਾਰ, ਇਹ ਥੋੜ੍ਹੀ ਡਾਊਨ ਰਹਿ ਗਈ। ਮੈਂ ਉਹਨਾਂ ਨੂੰ ਪੁੱਛਿਆ ਕਿਆ ਇਹ ਤੁਹਾਡੀ ਤਾਰ ਆ? ਕਹਿੰਦੇ ਨਾ, ਸਾਡੀ ਤਾਂ ਦੂਜੀ ਸਾਈਡ ਤੋਂ ਆ ਰਹੀ ਹੈ। ਮੈਂ ਕਿਹਾ ਤੁਸੀਂ ਇੰਨੀ ਕਿਉਂ ਇੰਟਰਸਟ ਲੈ ਰਹੇ ਹੋ, ਤੁਹਾਨੂੰ ਬਿਜਲੀ ਦੀ ਨੌਲੇਜ ਆ? ਕਹਿੰਦੇ ਨਹੀਂ। ਫਿਰ ਇੰਨਾ ਖਤਰਾ ਵੀ ਲੈ ਰਹੇ ਹੋ, ਡਾਇਰੈਕਟ ਟਰਾਂਸਫਾਰਮਰ ਦੇ ਨਾਲ ਤਾਰਾਂ ਜੋੜ ਰਹੇ ਹੋ, ਜਾਣਕਾਰੀ ਹੈ ਕੋਈ ਨਹੀਂ, ਤੁਸੀਂ ਇੰਨੀ ਹੈਲਪ ਕਿਉਂ ਕਰ ਰਹੇ ਹੋ? ਕਹਿੰਦਾ ਬੇਟਾ ਇੱਕ ਦੂਜੇ ਦਾ ਹੈਲਪ ਕਰਨਾ ਫਰਜ਼ ਬਣਦਾ। ਔਰ ਉਹ ਬਜ਼ੁਰਗ ਤਕਰੀਬਨ 64-65 ਸਾਲ ਦੇ ਸੀਗੇ। ਔਰ ਮੈਨੂੰ ਲੱਗਦਾ ਇਹੀ ਤੁਹਾਡੇ ਵੀ ਤਜਰਬੇ ਹੁੰਦੇ ਹੋਣੇ ਜੀ। ਇਹੀ ਤਜਰਬਾ ਮਤਲਬ ਪਿੱਛੇ ਜਦੋਂ ਤੁਸੀਂ ਦੇਖਿਆ ਹੋਣਾ 26-27 ਜਨਵਰੀ ਨੂੰ ਪਿੱਛੇ ਆਪਣੇ KFC ਤੋਂ ਅੱਗੇ 2-3 ਟਰਾਂਸਫਾਰਮ ਇਕੱਠੇ ਆ ਜੀ, ਜਿੱਥੇ ਆਪਣੇ ਸੈਫ ਵਾਲਿਆਂ ਦਾ ਵੀ ਉੱਥੇ ਸ਼ੈਲਟਰ ਬਣਿਆ ਹੋਇਆ ਆ। ਉੱਥੇ ਮੈਂ ਤਕਰੀਬਨ ਮੋਟਰਸਾਈਕਲ 'ਤੇ ਗਿਆ ਤਾਂ ਉਹ ਬੰਦੇ 2-4 ਇਕੱਠੇ ਹੋਏ, ਜਿਸ ਤਰ੍ਹਾਂ ਤੁਸੀਂ ਗੱਲ ਕਰਦੇ। ਮੈਂ ਵੀ ਉੱਥੇ ਉਹਨਾਂ ਕੋਲ ਖੜ ਗਿਆ। ਮੈਂ ਕੀ ਹੋਇਆ? ਕਹਿੰਦੇ ਜੀ ਇਹ ਕੋਈ ਬੰਦਾ ਆਇਆ, ਫਿਊਜ਼ ਤੋੜ ਗਿਆ। ਸੁੱਚ ਥੱਲਿਓਂ ਨਹੀਂ ਕੱਟੇ, ਜਿਹੜਾ ਟਰਾਂਸਫਾਰਮ ਦਾ ਮੇਨ ਸੁੱਚ ਹੁੰਦਾ ਉਹਨੂੰ ਕੱਟ ਲਓ ਤਾਂ ਫਿਰ ਉੱਤੋਂ ਤਾਰਾਂ ਲਾ ਲਓ। ਉਹ ਤਿੰਨੋਂ ਟਰਾਂਸਫਾਰਮਾਂ ਦੇ ਫਿਊਜ਼ ਤੋੜ ਗਿਆ ਉਹ ਬੰਦਾ। ਕਿਸ ਤਰ੍ਹਾਂ ਤੋੜੇ ਮੈਨੂੰ ਨਹੀਂ ਪਤਾ। ਅਤੇ ਉਹ ਮੈਂ ਪੁੱਛਿਆ ਉਹਨਾਂ ਨੂੰ ਵੀ ਕੀ ਚੱਕਰ ਆ? ਕਹਿੰਦੇ ਜੀ ਇਹੋ ਜੇਈ ਕਹਿੰਦਾ ਪਿੱਛੇ ਫਾਲਟ ਪਿਆ ਤਾਂ ਅਸੀਂ ਫਾਲਟ ਕੱਢਣਾ ਹੈ, ਇਸ ਕਰਕੇ ਤੋੜੇ। ਅੱਛਾ, ਜੇਈ ਨੂੰ ਫੋਨ ਕੀਤਾ ਗਿਆ, ਉਹ ਕਹਿੰਦਾ ਮੈਂ ਤੋੜੇ ਨਹੀਂ, ਇਹੋ ਮੈਂ ਨਹੀਂ ਫਿਊਜ਼ ਤੋੜੇ ਜੀ। ਮਤਲਬ ਉਸ ਟਾਈਮ ਫਿਰ ਸਾਰੇ ਬੰਦੇ ਉੱਥੇ ਇਕੱਠੇ ਹੋ ਗਏ, ਅਸੀਂ ਵੀ ਨਾਲ ਸੀ। ਇੱਕ ਤੁਹਾਡੇ ਵਰਗਾ ਵੀਰ ਕਹਿੰਦਾ ਮੈਂ ਲਾਉਣਾ ਫਿਊਜ਼। ਉਹਨੂੰ ਜੇਈ ਨੂੰ ਫੋਨ ਕਰਕੇ ਦੱਸ ਦਿਓ ਵੀ ਜੇ ਅੱਗੇ ਕੋਈ ਜੇ ਚੱਲਦਾ ਵੀ ਆ ਕੰਮ ਤੇ ਸਾਨੂੰ ਆ ਕੇ ਮਿਲ, ਨਹੀਂ ਤਾਂ ਅਸੀਂ ਫਿਊਜ਼ ਲਾਉਣ ਲੱਗੇ। ਉਹ ਮਤਲਬ ਸਾਰਿਆਂ ਨੇ ਇਕੱਠੇ ਹੋ ਕੇ, ਨਹੀਂ ਤਾਂ ਉਹ ਮਤਲਬ 28 ਤਰੀਕ ਨੂੰ ਬਲੈਕ ਆਊਟ ਹੋ ਜਾਣਾ ਸੀ। ਮਤਲਬ ਕਾਫੀ ਇਹਨਾਂ ਨੇ ਸਰਕਾਰਾਂ ਨੇ ਪ੍ਰਾਪੋਗੰਡੇ ਕਰਨ ਵਾਸਤੇ, ਇਸ ਮੋਰਚੇ ਨੂੰ ਫੇਲ ਕਰਨ ਵਾਸਤੇ ਕਈ ਤਰ੍ਹਾਂ ਦੇ ਪਾਪੜ ਵੇਲੇ, ਕਈ ਤਰ੍ਹਾਂ ਦੀਆਂ ਜੁਗਤਾਂ ਬਣਾਈਆਂ, ਲੇਕਿਨ ਹਰ ਵਾਰ ਉਹ ਸੱਚੇ ਪਾਤਸ਼ਾਹ ਅਕਾਲ ਪੁਰਖ ਦੀ ਇੰਨੀ ਕਿਰਪਾ ਰਹੀ ਆ ਕਿ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਕੇ ਮੋਰਚੇ ਨੂੰ ਹੋਰ ਬਲ ਦਿੱਤਾ। ਹੁਣ ਵੀ ਜਿਸ ਤਰ੍ਹਾਂ ਗੱਲਾਂ ਚੱਲਦੀਆਂ ਆ, ਕੋਈ ਇਸ ਤਰ੍ਹਾਂ ਹੋ ਗਿਆ, ਕੁਛ ਉਸ ਤਰ੍ਹਾਂ ਹੋ ਗਿਆ। ਥੋੜ੍ਹੀ ਸੰਗਤ ਦੀ ਵੀ ਥੋੜ੍ਹੀ ਘਟੀ ਹੋਈ ਹੈ ਸੰਗਤ ਮੋਰਚੇ ਦੇ ਵਿੱਚ, ਕਿਉਂਕਿ ਅਸੀਂ ਆਈਡੀਆ ਲਾ ਰਹੇ ਵੀ ਫਸਲਾਂ ਦਾ ਵੀ ਚੱਕਰ ਆ। ਝੋਨੇ ਦੀ ਫਸਲ ਚੱਲ ਰਹੀ ਆ, ਝੋਨਾ ਵੱਢਦੇ ਸਾਰੀ ਹੁਣ ਹੈਪੀ ਸੀਡਰ, ਸੁਪਰ ਸੀਡਰ ਆਏ ਹੋਏ ਆ, ਫਟਾਫਟ ਲੋਕਾਂ ਦੀ ਕਣਕਾਂ ਬੀਜ ਕੇ। ਤਾਂ ਫਿਰ ਬੇਨਤੀ ਵੀ ਕਰਦੇ ਆ ਸਾਰੀ ਸੰਗਤ ਨੂੰ ਵੀ ਵੱਧ ਤੋਂ ਵੱਧ ਮੋਰਚੇ ਦੇ ਨਾਲ ਜੁੜੋ, ਆਪਣੇ ਘਰਾਂ ਦੇ ਕੰਮ ਕਾਰ ਨਿਬੇੜ ਕੇ ਜ਼ਰੂਰ ਇੱਥੇ ਪਹੁੰਚੋ। ਔਰ ਮੋਰਚੇ ਦੇ ਵਿੱਚ ਪਹੁੰਚ ਕੇ ਇਹ ਜਿਹੜੀਆਂ ਗੌਰਮੈਂਟ ਦੀਆਂ ਕੋਝੀਆਂ ਹਰਕਤਾਂ ਚਲਾ ਕੇ ਇਸ ਮੋਰਚੇ ਨੂੰ ਬਦਨਾਮ ਕਰਨ ਦਾ, ਮੋਰਚੇ ਨੂੰ ਫੇਲ ਕਰਨ ਦਾ ਇਹ ਜਿਹੜਾ ਇਹਨਾਂ ਨੇ ਬੀੜਾ ਚੁੱਕਿਆ ਹੋਇਆ, ਇਹ ਇਹਨਾਂ ਦੇ ਮੂੰਹ 'ਤੇ ਹੀ ਸੱਚੇ ਪਾਤਸ਼ਾਹ ਚਪੇੜ ਮਾਰਦਾ। ਜਿਹੜਾ ਬੰਦਾ ਵੀ ਇਸ ਮੋਰਚੇ ਦੇ ਵਿੱਚ ਗਲਤ ਨੀਤ ਦੇ ਨਾਲ ਆਇਆ,
ਗੁਰੂ ਮਹਾਰਾਜ ਨੇ, ਸੱਚੇ ਪਾਤਸ਼ਾਹ ਨੇ, ਗੁਰੂ ਨਾਨਕ ਨੇ ਉਹਨਾਂ ਨੂੰ ਉਸੇ ਤਰ੍ਹਾਂ ਦਾ ਹੀ ਜਵਾਬ ਦਿੱਤਾ। 11 ਮਹੀਨੇ ਹੋ ਗਏ ਜੀ ਚੱਲਦੇ ਹੋਏ, ਅਗਰ ਲੰਬਾ ਸਮਾਂ ਲੱਗ ਗਿਆ ਤਾਂ ਉਹਦੇ ਲਈ ਤੁਹਾਡੀਆਂ ਕੀ ਪਲੈਨਿੰਗਸ ਹੈ? ਪਲੈਨਿੰਗ ਤਾਂ ਬੰਦੇ ਦੇ ਹੱਥ 'ਚ ਕੁਝ ਨਹੀਂ ਹੁੰਦੀ, ਪਲੈਨਿੰਗ ਕਰੇ ਕਰਾਵੇ ਆਪੇ ਆਪ ਨਾ। ਸੋ ਉਸ ਅਕਾਲ ਪੁਰਖ ਤੇ ਹੀ ਆ, ਉਸ ਦੇ ਉੱਤੇ ਡੋਰਾਂ ਆ। ਜੇ ਕੋਈ ਇਹ ਸੋਚਦਾ, ਜਿਸ ਤਰ੍ਹਾਂ ਜਿੰਨੇ ਵੀ ਪੁਰਾਣੇ ਰਾਜੇ ਮਹਾਰਾਜੇ ਆਏ ਉਹਨਾਂ ਨੇ ਇਹੀ ਮਨ ਦੇ ਵਿੱਚ ਸੋਚਿਆ ਵੀ ਅਸੀਂ ਤਾਂ ਮਰਨਾ ਨਹੀਂ ਜੀ, ਉਹੀ ਇਹ ਜਿਹੜੀ ਹੁਣ ਦੀ ਹਕੂਮਤ ਹੈ ਇਹ ਸੋਚ ਰਹੀ ਵੀ ਸਾਡਾ ਤਾਂ ਕੋਈ ਅੰਤ ਹੈ ਹੀ ਨਹੀਂ, ਅਸੀਂ ਤਾਂ ਦੁਨੀਆ ਨੂੰ ਮਾਰ ਕੇ ਮਰਾਂਗੇ।